स्टूडेंट्स अज असी बिजनेस लॉ का न्यू चैप्टर स्टार्ट करना आ। ये चैप्टर जोड़ा आ नैगोशिएबल इंस्ट्रूमेंट एक्ट का चैप्टर नंबर 4 आ और इस चैप्टर का नाम है प्रेजेंटमेंट। स्टूडेंट्स प्रेजेंटमेंट की हुंदी आ जदों ड्रॉई दे सामने नैगोशिएबल इंस्ट्रूमेंट नूं प्लेस किया जाता है, उहदे सामने रखिया जाता है, उहनूं असी प्रेजेंटमेंट कहने आ। प्रेजेंटमेंट के 3 मेजर परपज़ हो सकते हैं। फर्स्ट आ प्रेजेंटमेंट फॉर एक्सेप्टेंस, सैकेंड आ प्रेजेंटमेंट फॉर साइट एंड थर्ड आ प्रेजेंटमेंट फॉर द पेमेंट। फर्स्ट है प्रेजेंटमेंट फॉर द एक्सेप्टेंस। नैगोशिएबल इंस्ट्रूमेंट के विच जिन्ने नैगोशिएबल इंस्ट्रूमेंट आ 3 आ, बिल ऑफ एक्सचेंज, प्रमिजरी नोट और चैक। इन्हां तिन्नां दे विच सिर्फ बिल ऑफ एक्सचेंज ही एहो जिहा नैगोशिएबल इंस्ट्रूमेंट आ जिन्हों कि एक्सैप्टेंस लई प्रेजेंट करना पैंदा आ, क्योंकि सिर्फ बिल ऑफ एक्सचेंज दे विच ही ਜਿਹੜਾ ਪਰਸਨ ਡਰਾ ਕਰ ਰਿਹਾ ਆ ਉਹ ਦੂਸਰੇ ਪਰਸਨ ਨੂੰ ਅਦਰ ਪਰਸਨ ਨੂੰ ਡਾਇਰੈਕਟ ਕਰਦਾ ਆ ਅਮਾਊਂਟ ਪੇ ਕਰਨ ਦੇ ਲਈ। ਸੋ ਜਿਸ ਪਰਸਨ ਨੂੰ ਡਾਇਰੈਕਟ ਕੀਤਾ ਜਾ ਰਿਹਾ ਆ ਅਮਾਊਂਟ ਪੇ ਕਰਨ ਦੇ ਲਈ, ਉਹਦੀ ਐਕਸੈਪਟੈਂਸ ਲੈਣੀ ਜ਼ਰੂਰੀ ਆ ਕਿ ਉਹ ਰੈਡੀ ਆ ਅਮਾਊਂਟ ਪੇ ਕਰਨ ਲਈ, ਕਿ ਉਹ ਐਕਸੈਪਟ ਕਰ ਰਿਹਾ ਉਸ ਬਿੱਲ ਨੂੰ। ਅਗਰ ਐਕਸੈਪਟੈਂਸ ਲੈਣੀ ਜ਼ਰੂਰੀ ਆ, ਇਸ ਲਈ ਐਕਸੈਪਟੈਂਸ ਲੈਣ ਦੇ ਲਈ ਬਿੱਲ ਨੂੰ ਪ੍ਰੈਜੈਂਟ ਕਰਨਾ ਵੀ ਜ਼ਰੂਰੀ ਆ। ਠੀਕ ਆ ਜੀ। ਵੈਸੇ ਤਾਂ ਹਰ ਬਿੱਲ ਆਫ ਐਕਸਚੇਂਜ ਨੂੰ ਐਕਸੈਪਟੈਂਸ ਲਈ ਪ੍ਰੈਜੈਂਟ ਨਹੀਂ ਕੀਤਾ ਜਾਂਦਾ, ਔਰ ਜਿਹੜੇ ਬਿੱਲ ਪੇਬਲ ਔਨ ਡਿਮਾਂਡ ਹੁੰਦੇ ਆ ਜਾਂ ਜਿਹੜੇ ਬਿੱਲ ਪੇਬਲ ਆਫਟਰ ਔਨ ਅ ਫਿਕਸ ਡੇਟ ਹੁੰਦੇ ਆ, ਉਹਨਾਂ ਨੂੰ ਐਕਸੈਪਟੈਂਸ ਲਈ ਪ੍ਰੈਜੈਂਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਸੋ ਕਿਹੜੇ ਬਿੱਲ ਆ ਜਿਨ੍ਹਾਂ ਨੂੰ ਐਕਸੈਪਟੈਂਸ ਲਈ ਪ੍ਰੈਜੈਂਟ ਕਰਨਾ ਜ਼ਰੂਰੀ ਆ? ਫਸਟ ਕੀ ਆ ਕਿ ਅਗਰ ਬਿੱਲ ਆਫ ਐਕਸਚੇਂਜ ਪੇਬਲ ਆਫਟਰ ਅ ਸਾਈਟ ਆ, ਫਿਰ ਉਸ ਕੇਸ ਦੇ ਵਿੱਚ ਡਰੋਈ ਨੂੰ ਐਕਸੈਪਟੈਂਸ ਲਈ ਪ੍ਰੈਜੈਂਟ ਕਰਨਾ ਪੈਂਦਾ ਬਿੱਲ, ਤਾਂ ਕਿ ਡਰੋਈ ਜਿਹੜਾ ਹੈਗਾ ਉਸ ਨਾਲ ਮਿਲ ਕੇ ਬਿੱਲ ਨੂੰ ਪ੍ਰੈਜੈਂਟ ਕਰਕੇ ਬਿੱਲ ਦੀ ਜਿਹੜੀ ਡਿਊ ਡੇਟ ਹੈਗੀ ਉਹ ਫਿਕਸ ਕੀਤੀ ਜਾ ਸਕੇ। ਸੈਕਿੰਡ ਕੀ ਆ ਕਿ ਅਗਰ ਇਹੋ ਜਿਹੀ ਬਿੱਲ ਦੇ ਵਿੱਚ ਸਪੈਸ਼ਲੀ ਮੈਂਸ਼ਨ ਕੀਤਾ ਗਿਆ, ਐਕਸਪ੍ਰੈਸਲੀ ਇਹ ਸਟਿਪੂਲੇਸ਼ਨ ਲਗਾਈ ਗਈ ਆ ਕਿ ਉਹਨੂੰ ਐਕਸੈਪਟੈਂਸ ਲਈ ਪ੍ਰੈਜੈਂਟ ਕੀਤਾ ਜਾਣਾ ਜ਼ਰੂਰੀ ਆ, ਤਾਂ ਫਿਰ ਉਸ ਕੇਸ ਦੇ ਵਿੱਚ ਵੀ ਪੇਮੈਂਟ ਤੋਂ ਪਹਿਲਾਂ ਬਿੱਲ ਨੂੰ ਐਕਸੈਪਟੈਂਸ ਲਈ ਪ੍ਰੈਜੈਂਟ ਕਰਨਾ ਪੈਂਦਾ ਆ। ਹੁਣ ਉਹ ਕਿਹੜੇ ਕੇਸਿਸ ਆ ਜਿੱਥੇ ਬਿੱਲ ਆਫ ਐਕਸਚੇਂਜ ਨੂੰ ਐਕਸੈਪਟੈਂਸ ਲਈ ਪ੍ਰੈਜੈਂਟ ਕਰਨਾ ਜ਼ਰੂਰੀ ਨਹੀਂ ਹੁੰਦਾ? ਹੋਲਡਰ ਚਾਹੇ ਤਾਂ ਉਹ ਚੂਜ਼ ਕਰ ਸਕਦਾ ਕਿ ਉਹਨੇ ਬਿੱਲ ਨੂੰ ਪ੍ਰੈਜੈਂਟ ਕਰਨਾ ਆ ਐਕਸੈਪਟੈਂਸ ਲਈ, ਠੀਕ ਆ। ਬਟ ਉਹ ਕਿਉਂ ਚੂਜ਼ ਕਰੂਗਾ? ਕਿਉਂਕਿ ਇਹਦੇ ਨਾਲ ਉਹਨੂੰ ਐਡੀਸ਼ਨਲ ਸਿਕਿਉਰਿਟੀ ਮਿਲ ਜਾਂਦੀ ਆ, ਐਕਸੈਪਟਰ ਦੇ ਸਿਗਨੇਚਰ ਹੋ ਜਾਂਦੇ ਆ ਕਿ ਉਹਨੂੰ ਪੇਮੈਂਟ ਮਿਲ ਜਾਏਗੀ। ਸੈਕਿੰਡ, ਇਹਦੇ ਨਾਲ ਜਿਹੜੀ ਪ੍ਰਾਇਰ ਪਾਰਟੀ ਆ ਉਹਨੂੰ ਇਮੀਡੀਏਟ ਰਾਈਟ ਵੀ ਮਿਲ ਜਾਂਦਾ ਆ ਅਗਰ ਐਕਸੈਪਟਰ ਉਸ ਬਿੱਲ ਨੂੰ ਐਕਸੈਪਟ ਕਰਨ ਤੋਂ ਮਨਾ ਕਰ ਦਿੰਦਾ ਆ, ਯਾਨੀ ਨੋਨ ਐਕਸੈਪਟੈਂਸ ਦੇ ਕੇਸ ਦੇ ਵਿੱਚ ਉਹਨੂੰ ਇਮੀਡੀਏਟ ਰਾਈਟ ਜਿਹੜੇ ਹੈਗੇ ਆ ਉਹ ਮਿਲ ਜਾਂਦੇ ਆ। ਹੁਣ ਨੈਕਸਟ ਹੈ ਹਾਊ ਐਕਸੈਪਟੈਂਸ ਇਜ਼ ਮੇਡ। ਬਿੱਲ ਆਫ ਐਕਸਚੇਂਜ ਨੂੰ ਡਰਾ ਕੀਤਾ ਜਾਂਦਾ ਆ ਅਤੇ ਡਰੋਈ ਦੇ ਅੱਗੇ ਪ੍ਰੈਜੈਂਟ ਕੀਤਾ ਜਾਂਦਾ ਆ, ਠੀਕ ਆ। ਸੋ ਡਰੋਈ ਨੇ ਕਿਸ ਤਰ੍ਹਾਂ ਐਕਸੈਪਟੈਂਸ ਦੇਣੀ ਆ? ਉਹਨੇ ਸਿਰਫ ਆਪਣੀ ਜਿਹੜਾ ਹੈਗਾ ਆ ਅਸੈਂਟ ਦੇਣੀ ਆ, ਰਾਈਟਿੰਗ ਦੇ ਵਿੱਚ ਆਪਣੀ ਅਸੈਂਟ ਦੇਣੀ ਆ ਔਰ ਆਪਣੇ ਜਿਹੜੇ ਸਿਗਨੇਚਰ ਆ ਉਹ ਕਰਨੇ ਆ ਬਿੱਲ ਦੇ ਫੇਸ ਦੇ ਉੱਤੇ, ਜਿੱਥੇ ਉਹ ਐਕਸੈਪਟਡ ਵਰਡ ਵੀ ਲਿਖ ਸਕਦਾ ਆ ਜਾਂ ਬਿਨਾਂ ਐਕਸੈਪਟਡ ਵਰਡ ਲਿਖੇ ਵੀ ਸਾਈਨ ਜਿਹੜੇ ਆ ਉਹ ਕਰ ਸਕਦਾ ਆ। ਸੋ ਡਰੋਈ ਨੂੰ ਲਾਇਬਲ ਬਣਾਉਣ ਦੇ ਲਈ ਇਹ ਜ਼ਰੂਰੀ ਆ ਕਿ ਉਹਦੇ ਤੋਂ ਬਿੱਲ ਦੇ ਫੇਸ ਦੇ ਉੱਪਰ ਐਕਸੈਪਟੈਂਸ ਜਿਹੜੀ ਹੈਗੀ ਆ ਉਹ ਲਈ ਜਾਵੇ, ਚਾਹੇ ਉਹ ਐਕਸੈਪਟਡ ਵਰਡ ਲਿਖਦਾ ਆ ਜਾਂ ਨਹੀਂ, ਬਟ ਲਿਖਣਾ ਸਿਗਨੇਚਰ ਜ਼ਰੂਰੀ ਨੇ। ਓਰਲ ਐਕਸੈਪਟੈਂਸ ਜਿਹੜੀ ਆ ਉਹ ਮੰਨੀ ਨਹੀਂ ਜਾਂਦੀ। ਉਸ ਤੋਂ ਬਾਅਦ ਆ ਅਸੈਂਸ਼ੀਅਲਸ ਆਫ ਵੈਲਿਡ ਐਕਸੈਪਟੈਂਸ। ਵੈਲਿਡ ਐਕਸੈਪਟੈਂਸ ਦੇ ਕੀ ਅਸੈਂਸ਼ੀਅਲਸ ਨੇ? ਫਸਟ ਆ ਕਿ ਇਹ ਰਾਈਟਿੰਗ ਦੇ ਵਿੱਚ ਹੋਣੀ ਚਾਹੀਦੀ ਆ। ਸੈਕਿੰਡ ਆ ਡਰੋਈ ਦੁਆਰਾ ਸਾਈਨਡ ਹੋਣੀ ਚਾਹੀਦੀ ਆ ਜਾਂ ਉਹਦੇ ਆਥੋਰਾਈਜ਼ ਏਜੰਟ ਦੁਆਰਾ ਸਾਈਨਡ ਹੋਣੀ ਚਾਹੀਦੀ ਆ। ਥਰਡ, ਬਿੱਲ ਆਫ ਐਕਸਚੇਂਜ ਦੇ ਉੱਪਰ ਉਹਦੇ ਫੇਸ ਦੇ ਉੱਪਰ ਕੀਤੀ ਜਾਵੇ। ਫੋਰਥ, ਸਪੈਸੀਫਿਕ ਜਿਹੜਾ ਇਹਨੂੰ ਪ੍ਰੈਜੈਂਟ ਕਰਨਾ ਐਕਸੈਪਟੈਂਸ ਲਈ ਸਪੈਸੀਫਿਕ ਟਾਈਮ 'ਤੇ ਜ਼ਰੂਰੀ ਆ,
ਔਰ ਅਗਰ ਟਾਈਮ ਸਪੈਸੀਫਾਈਡ ਨਹੀਂ ਆ ਤਾਂ ਫਿਰ ਕਿਸੇ ਵੀ ਰੀਜ਼ਨੇਬਲ ਟਾਈਮ 'ਚ ਉਹਨੂੰ ਕੀਤਾ ਜਾ ਸਕਦਾ ਆ। ਐਂਡ ਫਿਫਥ ਕੀ ਆ, ਇਹਨੂੰ ਸਪੈਸੀਫਿਕ ਪਲੇਸ 'ਤੇ ਵੀ ਪ੍ਰੈਜ਼ੈਂਟ ਕਰਨਾ ਐਕਸੈਪਟੈਂਸ ਲਈ ਜ਼ਰੂਰੀ ਆ। ਅਗਰ ਕੋਈ ਸਪੈਸੀਫਿਕ ਪਲੇਸ ਮੈਂਸ਼ਨ ਨਹੀਂ ਆ ਫਿਰ ਕਿਸੇ ਬਿਜ਼ਨਸ ਪਲੇਸ 'ਤੇ ਜਾਂ ਡਰੋਈ ਦੇ ਰੈਜ਼ੀਡੈਂਸ 'ਤੇ ਉਹਨੂੰ ਪ੍ਰੈਜ਼ੈਂਟ ਕੀਤਾ ਜਾ ਸਕਦਾ ਆ। ਉਸ ਤੋਂ ਬਾਅਦ ਆ ਮੋਡਸ ਆਫ ਐਕਸੈਪਟੈਂਸ। ਐਕਸੈਪਟੈਂਸ ਕਿੱਦਾਂ ਕੀਤੀ ਜਾ ਸਕਦੀ ਆ, ਦੋ ਤਰ੍ਹਾਂ ਦੀ ਐਕਸੈਪਟੈਂਸ ਹੁੰਦੀ ਆ, ਜਨਰਲ ਔਰ ਅਬਸੋਲਿਊਟ ਐਕਸੈਪਟੈਂਸ ਐਂਡ ਸੈਕਿੰਡ ਵਨ ਇਜ਼ ਅ ਕੁਆਲੀਫਾਈਡ ਐਕਸੈਪਟੈਂਸ। ਫਸਟ ਆਫ ਆਲ ਜਨਰਲ ਔਰ ਅਬਸੋਲਿਊਟ ਐਕਸੈਪਟੈਂਸ। ਜਦੋਂ ਡਰੋਈ ਜਿਹੜਾ ਹੁੰਦਾ ਆ ਉਹ ਬਿਲ ਆਫ ਐਕਸਚੇਂਜ 'ਤੇ ਬਿਨਾਂ ਕਿਸੇ ਕੰਡੀਸ਼ਨ ਲਾਏ ਆਪਣੀ ਐਕਸੈਪਟੈਂਸ ਦਿੰਦਾ ਆ ਤਾਂ ਉਹਨੂੰ ਅਸੀਂ ਜਨਰਲ ਜਾਂ ਅਬਸੋਲਿਊਟ ਐਕਸੈਪਟੈਂਸ ਜਿਹੜੀ ਆ ਕਹਿੰਦੇ ਆ। ਮਤਲਬ ਜਦੋਂ ਉਹਨੇ ਜਸਟ ਆਪਣੇ ਸਿਗਨੇਚਰ ਕੀਤੇ ਆ ਬਿਲ ਆਫ ਐਕਸਚੇਂਜ 'ਤੇ ਜਾਂ ਫਿਰ ਐਕਸੈਪਟਿਡ ਵਰਡ ਲਿਖ ਕੇ ਸਿਗਨੇਚਰ ਕੀਤੇ ਆ ਤਾਂ ਉਹਨੂੰ ਜਨਰਲ ਔਰ ਅਬਸੋਲਿਊਟ ਐਕਸੈਪਟੈਂਸ ਕਿਹਾ ਜਾਂਦਾ ਆ। ਸੈਕਿੰਡ ਜਿਹੜੀ ਆ ਉਹ ਹੈਗੀ ਆ ਕੁਆਲੀਫਾਈਡ ਐਕਸੈਪਟੈਂਸ। ਜਦੋਂ ਡਰੋਈ ਜਿਹੜਾ ਆ ਉਹ ਐਕਸੈਪਟ ਕਰਨ ਦੇ ਟਾਈਮ 'ਤੇ ਐਕਸੈਪਟੈਂਸ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਕੰਡੀਸ਼ਨ ਜਿਹੜੀ ਆ ਅਟੈਚ ਕਰ ਦਿੰਦਾ ਆ, ਕੋਈ ਕੰਡੀਸ਼ਨ ਲਗਾ ਦਿੰਦਾ ਆ ਤਾਂ ਫਿਰ ਉਹਨੂੰ ਕੁਆਲੀਫਾਈਡ ਐਕਸੈਪਟੈਂਸ ਕਿਹਾ ਜਾਂਦਾ ਆ। ਬਟ ਹੋਲਡਰ ਜਿਹੜਾ ਆ ਉਹ ਕੁਆਲੀਫਾਈਡ ਐਕਸੈਪਟੈਂਸ ਨੂੰ ਲੈਣ ਤੋਂ ਰਿਫਿਊਜ਼ ਕਰ ਸਕਦਾ ਆ ਅਤੇ ਉਹਨੂੰ ਬਿੱਲ ਨੂੰ ਐਜ਼ ਡਿਸਆਨਰਡ ਵੀ ਟਰੀਟ ਕਰ ਸਕਦਾ ਆ। ਸੋ ਜਿੱਥੇ ਹੋਲਡਰ ਕੁਆਲੀਫਾਈਡ ਐਕਸੈਪਟੈਂਸ ਲੈਂਦਾ ਆ ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜੀਆਂ ਪ੍ਰਾਇਰ ਪਾਰਟੀਜ਼ ਹੁੰਦੀਆਂ ਆ ਉਹਨਾਂ ਦੀ ਜਿਹੜੀ ਲਾਇਬਿਲਿਟੀ ਆ ਉਹ ਡਿਸਚਾਰਜ ਹੋ ਜਾਂਦੀ ਆ, ਕਿਉਂਕਿ ਉਸ ਕੁਆਲੀਫਾਈਡ ਐਕਸੈਪਟੈਂਸ 'ਤੇ ਉਹਨਾਂ ਦੀ ਅਸੈਂਟ ਜਿਹੜੀ ਉਹਨਾਂ ਦੀ ਸਵੀਕ੍ਰਿਤੀ ਜਿਹੜੀ ਆ ਨਹੀਂ ਆ। ਨੈਕਸਟ ਆ ਹੂ ਕੈਨ ਮੇਕ ਅ ਵੈਲਿਡ ਪ੍ਰੈਜ਼ੈਂਟਮੈਂਟ। ਕੌਣ ਵੈਲਿਡ ਪ੍ਰੈਜ਼ੈਂਟ ਕਰ ਸਕਦਾ? ਡਰੋਇਰ ਵੀ ਕਰ ਸਕਦਾ ਜਾਂ ਫਿਰ ਕੋਈ ਹੋਰ ਪਰਸਨ ਜਿਹੜਾ ਹੈਗਾ ਉਹਦੇ ਬਿਹਾਫ 'ਤੇ ਵੀ ਜਿਹੜੀ ਆ ਐਕਸੈਪਟੈਂਸ ਜਿਹੜੀ ਆ ਡਿਮਾਂਡ ਕਰ ਸਕਦਾ ਆ। ਨੈਕਸਟ ਹੈ ਟੂ ਹੂਮ ਪ੍ਰੈਜ਼ੈਂਟਮੈਂਟ ਕੈਨ ਬੀ ਮੇਡ। ਪ੍ਰੈਜ਼ੈਂਟਮੈਂਟ ਕਿਹਨੂੰ ਕਰਨੀ ਚਾਹੀਦੀ ਆ? ਫਸਟ ਆ ਡਰੋਈ ਨੂੰ, ਸੈਕਿੰਡ ਆ ਡਰੋਈ ਇਨ ਕੇਸ ਆਫ ਨੀਡ ਨੂੰ, ਥਰਡ ਆ ਅਗਰ ਇੱਕ ਤੋਂ ਜ਼ਿਆਦਾ ਡਰੋਈਜ਼ ਨੇ ਤਾਂ ਉਹਨਾਂ ਸਾਰੇ ਡਰੋਈਜ਼ ਨੂੰ, ਫੋਰਥ ਆ ਅਗਰ ਡਰੋਈ ਦੀ ਡੈਥ ਹੋ ਗਈ ਆ ਮਤਲਬ ਉਹ ਡਿਸੀਜ਼ਡ ਆ ਤਾਂ ਫਿਰ ਉਹਦੇ ਲੀਗਲ ਰਿਪਰੈਜ਼ੈਂਟੇਟਿਵਸ ਨੂੰ, ਫਿਫਥ ਆ ਅਗਰ ਡਰੋਈ ਇਨਸੋਲਵੈਂਟ ਹੋ ਗਿਆ ਤਾਂ ਉਹਦੇ ਅਫੀਸ਼ੀਅਲ ਰਿਸੀਵਰ ਜਾਂ ਅਫੀਸ਼ੀਅਲ ਅਸਾਈਨੀ ਨੂੰ, ਸਿਕਸ ਆ ਡਰੋਈ ਦੇ ਆਥੋਰਾਈਜ਼ਡ ਏਜੰਟ ਨੂੰ ਐਂਡ ਸੈਵਨਥ ਆ ਐਕਸੈਪਟਰ ਫॉर ਓਨਰ ਨੂੰ। ਨੈਕਸਟ ਹੈ ਟਾਈਮ ਫॉर ਪ੍ਰੈਜ਼ੈਂਟਮੈਂਟ। ਅਗਰ ਬਿਲ ਆਫ ਐਕਸਚੇਂਜ ਡਰੋ ਕੀਤਾ ਗਿਆ ਆ ਤਾਂ ਉਹਨੂੰ ਐਕਸੈਪਟੈਂਸ ਲਈ ਜਿਹੜਾ ਪ੍ਰੈਜ਼ੈਂਟ ਕਰਨ ਦਾ ਟਾਈਮ ਕੀ ਹੋਏਗਾ? ਅਗਰ ਤਾਂ ਟਾਈਮ ਸਪੈਸੀਫਿਕ ਹੈਗਾ, ਕੋਈ ਸਪੈਸੀਫਿਕ ਟਾਈਮ ਮੈਂਸ਼ਨ ਆ ਤਾਂ ਫਿਰ ਉਸ ਸਪੈਸੀਫਿਕ ਟਾਈਮ 'ਤੇ ਉਹਨੂੰ ਪ੍ਰੈਜ਼ੈਂਟ ਕਰਨਾ ਜ਼ਰੂਰੀ ਆ। ਅਗਰ ਕੋਈ ਵੀ ਟਾਈਮ ਸਪੈਸੀਫਾਈਡ ਨਹੀਂ ਹੈਗਾ ਤਾਂ ਫਿਰ ਰੀਜ਼ਨੇਬਲ ਟਾਈਮ 'ਚ ਕਰਨਾ ਜ਼ਰੂਰੀ ਆ। ਔਰ ਅਗਰ ਪ੍ਰੈਜ਼ੈਂਟਮੈਂਟ ਜ਼ਰੂਰੀ ਨਹੀਂ ਹੈਗੀ, ਵੈਨ ਦਾ ਪ੍ਰੈਜ਼ੈਂਟਮੈਂਟ ਇਜ਼ ਨਾਟ ਨੈਸੈਸਰੀ, ਫਿਰ ਪੇਮੈਂਟ ਤੋਂ ਪਹਿਲਾਂ ਕਿਸੇ ਵੀ ਟਾਈਮ ਉਹਨੂੰ ਪ੍ਰੈਜ਼ੈਂਟ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਆ ਪਲੇਸ ਫॉर ਦਾ ਪ੍ਰੈਜ਼ੈਂਟਮੈਂਟ। ਅਗਰ ਬਿਲ ਆਫ ਐਕਸਚੇਂਜ ਨੂੰ ਡਰੋ ਕੀਤਾ ਗਿਆ ਆ ਤਾਂ ਉਹਨੂੰ ਐਕਸੈਪਟੈਂਸ ਲਈ ਕਿਸ ਪਲੇਸ 'ਤੇ ਪ੍ਰੈਜ਼ੈਂਟ ਕਰਨਾ ਜ਼ਰੂਰੀ ਆ? ਅਗਰ ਤਾਂ ਪਲੇਸ ਸਪੈਸੀਫਾਈਡ ਆ ਫਿਰ ਉਸ ਸਪੈਸੀਫਿਕ ਪਲੇਸ 'ਤੇ ਕਰਾਂਗੇ, ਔਰ ਅਗਰ ਕੋਈ ਵੀ ਪਲੇਸ ਸਪੈਸੀਫਾਈਡ ਨਹੀਂ ਆ ਫਿਰ ਡਰੋਈ ਦਾ ਜੋ ਬਿਜ਼ਨਸ ਪਲੇਸ ਆ ਜਾਂ ਉਹਦਾ ਰੈਜ਼ੀਡੈਂਸ਼ੀਅਲ ਪਲੇਸ ਆ ਉੱਥੇ ਜਿਹੜਾ ਉਹਨੂੰ ਪ੍ਰੈਜ਼ੈਂਟ ਕੀਤਾ ਜਾਏਗਾ। ਬਿਲ ਆਫ ਐਕਸਚੇਂਜ ਨੂੰ ਜਿਹੜਾ ਆ ਬਾਏ ਰਜਿਸਟਰਡ ਪੋਸਟ ਵੀ ਭੇਜਿਆ ਜਾ ਸਕਦਾ ਆ ਪ੍ਰੈਜ਼ੈਂਟਮੈਂਟ ਦੇ ਲਈ। ਠੀਕ ਆ ਜੀ। ਹੁਣ ਨੈਕਸਟ ਟੌਪਿਕ ਆ ਕਿ ਪ੍ਰੈਜ਼ੈਂਟਮੈਂਟ ਫॉर ਐਕਸੈਪਟੈਂਸ ਵੈਨ ਐਕਸਕਿਊਜ਼ਡ। ਕਦੋਂ ਐਕਸਕਿਊਜ਼ਡ ਆ ਜਾਂ ਕਦੋਂ ਪ੍ਰੈਜ਼ੈਂਟਮੈਂਟ ਫॉर ਐਕਸੈਪਟੈਂਸ ਕਰਨੀ ਜ਼ਰੂਰੀ ਨਹੀਂ ਆ। ਠੀਕ ਆ ਜੀ। ਸੋ ਵੇਅਰ ਦਾ ਪ੍ਰੈਜ਼ੈਂਟਮੈਂਟ ਇਜ਼ ਐਕਸਕਿਊਜ਼ਡ, ਅਗਰ ਪ੍ਰੈਜ਼ੈਂਟਮੈਂਟ ਐਕਸਕਿਊਜ਼ਡ ਹੁੰਦੀ ਆ ਤਾਂ ਫਿਰ ਬਿੱਲ ਨੂੰ ਨੋਨ ਐਕਸੈਪਟੈਂਸ ਲਈ ਡਿਸਆਨਰ ਟਰੀਟ ਕੀਤਾ ਜਾਂਦਾ ਆ। ਸੋ ਕਿਹੜੇ ਕੇਸਿਸ ਨੇ ਜਿੱਥੇ ਪ੍ਰੈਜ਼ੈਂਟਮੈਂਟ ਐਕਸਕਿਊਜ਼ਡ ਹੁੰਦੀ ਆ? ਫਸਟ, ਡਰੋਈ ਫਿਕਟੀਸ਼ੀਅਸ ਪਰਸਨ ਆ, ਇਨਕੈਪੇਬਲ ਆ, ਕੌਂਟਰੈਕਟ ਨਹੀਂ ਸਾਈਨ ਕਰ ਸਕਦਾ। ਸੈਕਿੰਡ, ਬਹੁਤ ਸਾਰੇ ਐਫਰਟਸ ਕਰਨ ਦੇ ਬਾਵਜੂਦ ਡਰੋਈ ਨੂੰ ਫਾਈਂਡ ਆਊਟ ਨਹੀਂ ਕੀਤਾ ਜਾ ਸਕਿਆ। ਥਰਡ, ਪ੍ਰੈਜ਼ੈਂਟਮੈਂਟ ਇਰਰੈਗੂਲਰ ਸੀ, ਸੋ ਐਕਸੈਪਟੈਂਸ ਜਿਹੜੀ ਆ ਕਿਸੇ ਹੋਰ ਗਰਾਊਂਡ ਕਰਕੇ ਰਿਫਿਊਜ਼ ਕਰ ਦਿੱਤੀ ਗਈ। ਐਂਡ ਫੋਰਥ, ਡਰੋਈ ਡੈਡ ਆ ਜਾਂ ਇਨਸੋਲਵੈਂਟ ਆ, ਸੋ ਉੱਥੇ ਜਿਹੜੀ ਹੈਗੀ ਆ ਪ੍ਰੈਜ਼ੈਂਟਮੈਂਟ ਫॉर ਐਕਸੈਪਟੈਂਸ ਉਹਦੇ ਲੀਗਲ ਰਿਪਰੈਜ਼ੈਂਟੇਟਿਵ ਨੂੰ ਜਾਂ ਉਹਦੇ
ऑफिशियल असाइनर ਨੂੰ ਨਹੀਂ ਕੀਤੀ ਜਾ ਸਕਦੀ। ਸੋ ਇਹਨਾਂ ਜਗ੍ਹਾ 'ਤੇ ਇਹਨਾਂ ਪਲੇਸਿਸ 'ਤੇ ਪ੍ਰੈਜ਼ੈਂਟਮੈਂਟ ਫॉर ਐਕਸੈਪਟੈਂਸ ਜਿਹੜੀ ਆ ਐਕਸਕਿਊਜ਼ਡ ਹੁੰਦੀ ਆ। ਹੁਣ ਇਸ ਤੋਂ ਬਾਅਦ ਪ੍ਰੂਫ ਕੀ ਹੁੰਦਾ ਆ ਪ੍ਰੈਜ਼ੈਂਟਮੈਂਟ ਦਾ। ਪ੍ਰੈਜ਼ੈਂਟਮੈਂਟ ਦਾ ਮਤਲਬ ਕੀ ਆ ਕਿ ਡਰੋਈ ਦੇ ਅੱਗੇ ਬਿੱਲ ਰੱਖਣਾ ਆ ਤਾਂ ਕਿ ਉਹ ਬਿੱਲ ਨੂੰ ਦੇਖ ਸਕੇ, ਜੱਜ ਕਰ ਸਕੇ, ਸਮਝ ਸਕੇ ਉਹਦੀ ਕੀ ਲਾਇਬਿਲਿਟੀ ਬਣਦੀ ਆ ਔਰ ਉਹਨੂੰ ਐਕਸੈਪਟ ਕਰ ਸਕੇ ਜਾਂ ਐਕਸੈਪਟ ਕਰਨ ਤੋਂ ਮਨਾ ਕਰ ਸਕੇ। ਠੀਕ ਆ। ਸੋ ਡਰੋਈ ਜਿਹੜਾ ਆ ਬਿੱਲ ਨੂੰ ਪ੍ਰੋਡਿਊਸ ਕਰਨ ਲਈ ਇਨਸਿਸਟ ਕਰ ਸਕਦਾ ਆ। ਸੋ ਉਹਨੂੰ 48 ਆਵਰਸ ਦੇਣੇ ਪੈਂਦੇ ਆ। ਅਗਰ ਕੋਈ ਪਬਲਿਕ ਹੌਲੀਡੇ ਆ ਤਾਂ ਉਹਦੇ ਤੋਂ ਇਲਾਵਾ 48 ਆਵਰਸ ਦੇਣੇ ਪੈਂਦੇ ਆ ਕੰਸੀਡਰ ਕਰਨ ਦੇ ਲਈ ਕਿ ਉਹਨੇ ਬਿੱਲ ਐਕਸੈਪਟ ਕਰਨਾ ਆ ਜਾਂ ਨਹੀਂ ਕਰਨਾ। ਔਰ ਜਦੋਂ 48 ਆਵਰਸ ਐਕਸਪਾਇਰ ਹੋ ਜਾਂਦੇ ਆ ਤਾਂ ਡਰੋਈ ਨੂੰ ਜੋ ਬਿੱਲ ਹੈਗਾ ਆ ਜਾਂ ਤਾਂ ਐਕਸੈਪਟ ਕਰਕੇ ਜਾਂ ਫਿਰ ਡਿਸਓਨਰ ਕਰਕੇ ਰਿਟਰਨ ਜਿਹੜਾ ਆ ਕਰਨਾ ਹੁੰਦਾ ਆ। ਹੁਣ ਇਫੈਕਟ ਕੀ ਹੁੰਦਾ ਨੋਨ ਪ੍ਰੈਜ਼ੈਂਟਮੈਂਟ ਦਾ। ਜਿੱਥੇ ਪ੍ਰੈਜ਼ੈਂਟਮੈਂਟ ਫॉर ਐਕਸੈਪਟੈਂਸ ਜ਼ਰੂਰੀ ਆ ਐਂਡ ਹੋਲਡਰ ਜਿਹੜਾ ਆ ਉਹ ਫੇਲ ਹੋ ਜਾਂਦਾ ਆ ਬਿੱਲ ਨੂੰ ਪ੍ਰੈਜ਼ੈਂਟ ਕਰਨ ਤੋਂ ਐਕਸੈਪਟੈਂਸ ਲਈ, ਤਾਂ ਡਰੋਇਰ ਅਤੇ ਬਾਕੀ ਸਾਰੀ ਉਹਦੀਆਂ ਪ੍ਰਾਇਰ ਪਾਰਟੀਜ਼ ਇੰਡੋਰਸਰ ਜਿਹੜੇ ਆ ਉਹ ਆਪਣੀ ਲਾਇਬਿਲਿਟੀ ਤੋਂ ਡਿਸਚਾਰਜ ਹੋ ਜਾਂਦੇ ਆ। ਉਸ ਤੋਂ ਬਾਅਦ ਇੱਕ ਲਾਸਟ ਟੌਪਿਕ ਅੱਜ ਦੇ ਲੈਕਚਰ ਦਾ ਐਕਸੈਪਟੈਂਸ ਫॉर ਓਨਰ ਦਾ। ਬਿੱਲ ਆਫ ਐਕਸਚੇਂਜ ਨੂੰ ਐਕਸੈਪਟ ਕੀਤਾ ਜਾ ਸਕਦਾ ਆ ਸਿਰਫ ਉਸੇ ਪਰਸਨ ਦੁਆਰਾ ਜਿਹਦੇ 'ਤੇ ਉਹ ਲਿਖਿਆ ਗਿਆ ਆ, ਮਤਲਬ ਡਰੋਈ 'ਤੇ। ਠੀਕ ਆ। ਹੁਣ ਜਿਹੜੀ ਐਕਸੈਪਟੈਂਸ ਫॉर ਓਨਰ ਆ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਰਵਾਈ ਸੀ, ਇੱਕ ਸਪੈਸ਼ਲ ਕਾਈਂਡ ਦੀ ਐਕਸੈਪਟੈਂਸ ਹੁੰਦੀ ਆ ਔਰ ਇਹ ਤਾਂ ਹੀ ਹੁੰਦੀ ਅਗਰ ਅਲਾਓ ਕੀਤਾ ਜਾਵੇ। ਠੀਕ ਆ। ਅਗਰ ਓਰੀਜਨਲ ਡਰੋਈ ਜਾਂ ਬਿੱਲ ਨੂੰ ਐਕਸੈਪਟ ਕਰਨ ਤੋਂ ਮਨਾ ਕਰਦੇ, ਰਿਫਿਊਜ਼ ਕਰਦੇ ਜਾਂ ਫਿਰ ਬੈਟਰ ਸਿਕਿਉਰਿਟੀ ਦੇਣ ਤੋਂ ਰਿਫਿਊਜ਼ ਕਰਦੇ ਜਦੋਂ ਨੋਟਰੀ ਪਬਲਿਕ ਡਿਮਾਂਡ ਕਰਦਾ ਆ, ਤਾਂ ਕੋਈ ਵੀ ਪਰਸਨ ਜਿਹੜਾ ਕਿ ਲਾਇਬਲ ਨਹੀਂ ਆ ਉਸ ਬਿੱਲ 'ਤੇ, ਹੂ ਇਜ਼ ਨਾਟ ਅ ਡਰੋਈ, who is not a party of the bill, can accept to save the credit of some or all parties of the bill। ਉਹ ਉਹਨੂੰ ਕਿਸੇ ਕੁਝ ਪਾਰਟੀਜ਼ ਨੂੰ ਜਾਂ ਸਾਰੀਆਂ ਪਾਰਟੀਜ਼ ਦੀ ਰੈਪੂਟੇਸ਼ਨ ਦੇ ਲਈ, ਉਹਨਾਂ ਦੀ ਕ੍ਰੈਡਿਟ ਨੂੰ ਸੇਵ ਕਰਨ ਦੇ ਲਈ ਐਕਸੈਪਟ ਕਰ ਸਕਦਾ ਆ। ਸੋ ਉਹਨੂੰ ਕਹਿੰਦੇ ਆ ਐਕਸੈਪਟੈਂਸ ਫॉर ਓਨਰ। ਈਵਨ ਇੱਕ ਸਟ੍ਰੇਂਜਰ ਜਿਹੜਾ ਹੈਗਾ ਆ ਉਹ ਵੀ ਐਕਸੈਪਟੈਂਸ ਜਿਹੜੀ ਆ ਦੇ ਸਕਦਾ ਆ। ਹੁਣ ਇਹਦੇ ਵੈਲਿਡ ਐਕਸੈਪਟੈਂਸ ਫॉर ਓਨਰ ਦੇ ਕੀ ਐਸੈਂਸ਼ੀਅਲਸ ਹੁੰਦੇ ਆ। ਫਸਟ ਤਾਂ ਇਹ ਹੈ ਕਿ ਇਹ ਐਕਸੈਪਟੈਂਸ ਜਿਹੜੀ ਆ ਨੋਟਿੰਗ ਹੋਣ ਤੋਂ ਬਾਅਦ ਜਾਂ ਪ੍ਰੋਟੈਸਟਿੰਗ ਹੋਣ ਤੋਂ ਬਾਅਦ ਦਿੱਤੀ ਜਾਂਦੀ ਆ, ਕਦੀ ਵੀ ਉਹਦੇ ਤੋਂ ਪਹਿਲਾਂ ਨਹੀਂ ਦਿੱਤੀ ਜਾਂਦੀ। ਮਤਲਬ ਜਦੋਂ ਡਰੋਈ ਰਿਫਿਊਜ਼ ਕਰੇਗਾ, ਡਿਸਓਨਰ ਕਰੇਗਾ ਐਂਡ ਉਸ ਤੋਂ ਬਾਅਦ ਉਹਦੀ ਨੋਟਿੰਗ ਹੋਊਗੀ ਬਿੱਲ ਦੀ, ਉਸ ਤੋਂ ਬਾਅਦ ਹੀ ਦਿੱਤੀ ਜਾਂਦੀ ਆ, ਉਹਦੇ ਤੋਂ ਪਹਿਲਾਂ ਜਿਹੜੀ ਆ ਕਦੀ ਵੀ ਨਹੀਂ ਦਿੱਤੀ ਜਾਂਦੀ। ਸੈਕਿੰਡ ਕੀ ਹੈ ਕਿ ਇਹ ਐਕਸੈਪਟੈਂਸ ਜਿਹੜੀ ਆ ਹੋਲਡਰ ਦੀ ਕੰਸੈਂਟ ਦੇ ਨਾਲ ਹੋਣੀ ਚਾਹੀਦੀ ਆ। ਥਰਡ ਕੀ ਆ, ਸਿਰਫ ਉਸੇ ਪਰਸਨ ਦੁਆਰਾ ਹੋਣੀ ਚਾਹੀਦੀ ਆ ਜੋ ਕਿ ਬਿੱਲ 'ਤੇ ਲਾਇਬਲ ਨਹੀਂ ਹੁੰਦਾ, ਜਿਹੜਾ ਕਿ ਜਿਹਦੀ ਕੋਈ ਲਾਇਬਿਲਿਟੀ ਨਹੀਂ ਆ, ਸਿਰਫ ਉਹੀ ਦੇ ਸਕਦਾ ਆ। ਫੋਰਥ ਕੀ ਆ ਕਿ ਇਹ ਜੋ ਪਾਰਟੀਜ਼ ਬਿੱਲ 'ਤੇ ਲਾਇਬਲ ਸੀ ਉਹਨਾਂ ਦੇ ਓਨਰ ਲਈ ਦਿੱਤੀ ਜਾਂਦੀ ਆ। ਫਿਫਥ ਰਾਈਟਿੰਗ 'ਚ ਦੇਣੀ ਚਾਹੀਦੀ ਆ ਅਤੇ ਪੂਰੇ ਅਮਾਊਂਟ ਦੀ ਦੇਣੀ ਚਾਹੀਦੀ ਆ। ਐਂਡ ਉਸ ਤੋਂ ਇਲਾਵਾ ਜਿਹੜਾ 6th ਪੁਆਇੰਟ ਹੈ ਉਹ ਕੀ ਆ ਕਿ ਐਕਸੈਪਟਰ ਫॉर ਓਨਰ ਦੁਆਰਾ ਸਾਈਨਡ ਹੋਣੀ ਚਾਹੀਦੀ ਆ ਜਾਂ ਫਿਰ ਬਿੱਲ ਦੇ ਓਵਰ ਡਿਊ ਹੋਣ ਤੋਂ ਪਹਿਲਾਂ ਹੋਣੀ ਚਾਹੀਦੀ ਆ। ਸੋ ਇਹਦੇ ਨਾਲ ਹੀ ਜਿਹੜਾ ਸਾਡਾ ਅੱਜ ਦਾ ਇਹ ਟੌਪਿਕ ਆ ਪ੍ਰੈਜ਼ੈਂਟਮੈਂਟ ਫॉर ਐਕਸੈਪਟੈਂਸ ਉਹ ਕੰਪਲੀਟ ਹੁੰਦਾ ਆ। ਸੋ ਕੱਲ੍ਹ ਅਸੀਂ ਜਿਹੜਾ ਹੈ ਨੈਕਸਟ ਟੌਪਿਕ ਪ੍ਰੈਜ਼ੈਂਟਮੈਂਟ ਫॉर ਸਾਈਟ ਐਂਡ ਪ੍ਰੈਜ਼ੈਂਟਮੈਂਟ ਫॉर ਪੇਮੈਂਟ ਜਿਹੜਾ ਆ ਉਹ ਡਿਸਕਸ ਕਰਾਂਗੇ। ਥੈਂਕ ਯੂ।